ਸਿਆਣਿਆਂ ਦਾ ਕਹਿਣਾ ਹੈ ਜਿੰਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ। ਕਲਾਨੌਰ ਇੱਕ ਅਜਿਹਾ ਇਤਿਹਾਸਕ ਕਸਬਾ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਧਾਰਮਿਕ ਜਿਹੜੇ ਸਥਾਨ ਜਿਹੜੇ ਆ ਉਹ ਵਿਰਾਜਮਾਨ ਹਨ। ਅੱਜ ਅਸੀਂ ਤੁਹਾਨੂੰ ਕਲਾਨੌਰ ਦੇ ਉਸ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਜਿਸ ਵਿੱਚ ਪ੍ਰਾਚੀਨ ਸ਼ਿਵ ਮੰਦਰ, ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ, ਤਪੋ ਭੂਮੀ ਬਾਬਾ ਲਾਲ ਜੀ ਦਿਆਲ ਮੰਦਰ, ਜਿੱਥੇ ਬਾਬਾ ਲਾਲ ਜੀ ਦਿਆਲ ਜੀ ਨੇ 84 ਸਾਲ ਜਿਹੜੀ ਭਗਤੀ ਕੀਤੀ। ਇਸ ਤੋਂ ਇਲਾਵਾ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਦੀ ਤਾਜਪੋਸ਼ੀ ਤਖਤ, ਜਿਨ੍ਹਾਂ ਦਾ ਡੰਕਾ ਜਿਹੜਾ ਹੀ ਦੁਨੀਆ ਭਰ ਵਿੱਚ ਵੱਜਦਾ ਰਿਹਾ ਹੈ, ਔਰ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਦੀ ਜਿਹੜੀ ਤਾਜਪੋਸ਼ੀ ਤਖਤ ਵਾ ਤੁਹਾਨੂੰ ਅੱਜ ਉਹ ਵੀ ਆਪਾਂ ਦਿਖਾਵਾਂਗੇ। ਸਿਆਣਿਆਂ ਦਾ ਕਹਿਣਾ ਹੈ ਕਿ ਜਿੰਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ। ਕਲਾਨੌਰ ਇੱਕ ਅਜਿਹਾ ਇਤਿਹਾਸਿਕ ਕਸਬਾ ਹੈ ਜਿਸ ਨੂੰ ਲਾਹੌਰ ਦੀ ਤਰਜ਼ ਤੇ ਬਣਾਇਆ ਗਿਆ ਹੈ। ਇਸ ਇਤਿਹਾਸਕ ਕਸਬੇ ਵਿੱਚ ਪ੍ਰਾਚੀਨ ਸ਼ਿਵ ਮੰਦਰ, ਤਪੋ ਭੂਮੀ ਮੰਦਰ ਬਾਬਾ ਲਾਲ ਜੀ ਦਿਆਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਮਹਾਨ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਦੀ ਤਾਜਪੋਸ਼ੀ ਸ਼ਤਲ ਇਸ ਇਤਿਹਾਸਕ ਕਸਬੇ ਵਿੱਚ ਵਿਰਾਜਮਾਨ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇਸ ਕਸਬੇ ਨੂੰ ਨਤਮਸਤਕ ਹੁੰਦੇ ਹਨ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹਨ। ਇਤਿਹਾਸਕ ਕਸਬਾ ਕਲਾਨੌਰ ਦੇ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਰ ਦਾ ਮੁੱਖ ਮੇਨ ਦਵਾਰ ਗੇਟ, ਜਿਸ ਰਾਹੀਂ ਸੰਗਤਾਂ ਇਸ ਮੰਦਰ ਵਿੱਚ ਪ੍ਰਵੇਸ਼ ਕਰਦੀਆਂ ਹਨ। ਪ੍ਰਾਚੀਨ ਸ਼ਿਵ ਮੰਦਰ ਦਾ ਵਿਸ਼ਾਲ ਵਿਹੜਾ, ਪ੍ਰਾਚੀਨ ਸ਼ਿਵ ਮੰਦਰ 'ਚ ਬਰਾਜ ਨੰਦੀ ਮਹਾਰਾਜ ਦੀ ਪ੍ਰਾਚੀਨ ਮੂਰਤੀ, ਸ਼੍ਰੀ ਹਨੂਮਾਨ ਜੀ ਦੀ ਮੂਰਤੀ ਜੋ ਮੰਦਰ ਦੀ ਦੀਵਾਰ ਵਿੱਚ ਸੁਸ਼ੋਭਿਤ ਹੈ। ਪ੍ਰਾਚੀਨ ਸ਼ਿਵ ਮੰਦਰ ਦੇ ਮੇਨ ਦਰਵਾਜ਼ੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਵੱਲੋਂ ਕਰਵਾਈ ਸੇਵਾ ਦੌਰਾਨ ਲਗਾਈ ਤਖਤੀ, ਜੋ ਅਜੇ ਵੀ ਪ੍ਰਾਚੀਨ ਸ਼ਿਵ ਮੰਦਰ ਦੇ ਮੇਨ ਮੁੱਖ ਦਰਵਾਜ਼ੇ ਤੇ ਵਿਰਾਜਮਾਨ ਹੈ। ਪ੍ਰਾਚੀਨ ਸ਼ਿਵਲਿੰਗ ਜੋ ਅਕਬਰ ਬਾਦਸ਼ਾਹ ਦੇ ਰਾਜ ਦੌਰਾਨ ਪ੍ਰਗਟ ਹੋਏ ਸਨ। ਇਸ ਪ੍ਰਾਚੀਨ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਭੋਲੇ ਸ਼ੰਕਰ ਦੇ ਸ਼ਿਵ ਭਗਤ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਲਈ ਆਉਂਦੇ ਹਨ। ਇਸ ਮੰਦਰ ਵਿੱਚ ਸੁਸ਼ੋਭਿਤ ਚਾਂਦੀ ਦਾ ਛਤਰ ਜੋ ਪਿਛਲੇ ਸਮੇਂ ਭਗਤਾਂ ਵੱਲੋਂ ਇੱਥੇ ਵਿਰਾਜਮਾਨ ਸੇਵਾ ਕੀਤੀ ਗਈ ਸੀ। ਇਹ ਪ੍ਰਾਚੀਨ ਸ਼ਿਵਲਿੰਗ ਹੈ ਜਿਸ ਦਾ ਦੇਸ਼ ਵਿਦੇਸ਼ ਤੋਂ ਸ਼ਿਵ ਭਗਤ ਪੂਜਨ ਕਰਨ ਲਈ ਇਸ ਪ੍ਰਾਚੀਨ ਸ਼ਿਵਲਿੰਗ ਮੰਦਰ ਦੇ ਦਰਸ਼ਨ ਕਰਨ ਲਈ ਪੂਜਨ ਕਰਨ ਲਈ ਆਉਂਦੇ ਹਨ ਅਤੇ ਇੱਥੇ ਹਰ ਸਾਲ ਮਹਾ ਸ਼ਿਵਰਾਤਰੀ ਮੇਲਾ ਵੀ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। ਪ੍ਰਾਚੀਨ ਸ਼ਿਵ ਮੰਦਰ ਦੀ ਖੂਬਸੂਰਤ ਤਸਵੀਰ ਦਾ ਨਜ਼ਾਰਾ। ਪ੍ਰਾਚੀਨ ਸ਼ਿਵ ਮੰਦਰ ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪ੍ਰਾਚੀਨ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਨਤਮਸਤਕ ਹੁੰਦੇ ਹਨ। ਪ੍ਰਾਚੀਨ ਸ਼ਿਵ ਮੰਦਰ ਦਾ ਬਾਹਰੀ ਦ੍ਰਿਸ਼
ਇਤਿਹਾਸਕ ਤਪੋ ਭੂਮੀ ਮੰਦਰ ਦੇ ਨਾਲ ਵਹਿੰਦੀ ਕਿਰਨ ਨਦੀ, ਜਿਸ ਦੇ ਕਿਨਾਰੇ ਤੇ ਬ੍ਰਹਮਲੀਨ ਸਵਾਮੀ ਪੰਕਜ ਦਾਸ ਜੀ ਦੇ ਸਮਾਧ ਵੀ ਵਿਰਾਜਮਾਨ ਹੈ। ਇਹ ਸਵਾਮੀ ਪੰਕਜ ਦਾਸ ਜੀ ਦੀ ਕਿਰਨ नदी किनारे विराजमान समाधि की तस्वीर है। तपो भूमि मंदिर जी की अंदरूनी तस्वीर, जिथे तपो भूमि मंदिर जी के मुख्य सेवादार ब्रिज किशोर जी संगतां नूं प्रसाद दिंदे होए तपो भूमि मंदिर च रमैन जी दे पाठ चल रहे। रमैन जी दे पाठ करना घड़ी ब्रह्मलीन स्वामी पंकज दास जी की तस्वीर। बोलिए श्री सतगुरु बाबा लाल दयाल महाराज की जय। तपोभूमि कलानौर में समाधि स्थित श्री बाबा लाल जी का यहाँ पे 84 वर्ष तपस्या किया महाराज जी बाबा लाल जी ने। किरण नदी जो है ये भी ऐतिहासिक नदी है, इसी में बाबा लाल जी ने 84 वर्ष तपस्या की है। और नदी में श्री राम जी भगवान ने दर्शन दिया। नदी से जब बाहर निकले तो कायाकल्प हुआ, बालक बन के वहाँ से निकले नदी से। वार्षिक जो पर्व मनाया जाता है, बड़ी दूध आता है जनवरी महीने, जनवरी कभी फरवरी में आता है, बड़े धूमधाम से मनाया जाता है। बड़े दूर दूर से भक्तगण सभी आते हैं और जन्माष्टमी बड़ी धूमधाम से मनाई जाती है। 2 पर्व बड़े हैं इधर जो मनाया जाता है। माघी महीने में दूज, छोटा दूज बोलते हैं, वो मनाते हैं। तपो भूमि मंदिर च विराजमान गौशाला, जिथे गौवां की सेवा की जाती है। तपो भूमि मंदिर का मुख द्वार का अंदरला भाग ते वख-वख प्रकार के बगीचे भी लगाए हुए हैं। तपो भूमि मंदिर जो किरण नदी के किनारे शोभित है। लड़का अंग अनित बक पहल कराओ राम ग्रह राम के मुख खिलाए राम राम जय जय राम मंगल हरे राम।
ਤਪੋ ਭੂਮੀ ਮੰਦਿਰ 'ਚ ਹਾਂ। ਮਾਤਾ ਦੁਰਗਾ ਜੀ ਦਾ ਮੰਦਿਰ, ਜਿੱਥੇ ਉਹਨਾਂ ਦੀ ਮੂਰਤੀ ਸ਼ੋਭਤ ਹੈ ਅਤੇ ਚੱਕਰੀ ਵਾਲੇ ਦੇਵਾ ਜੀ ਦੀ ਇਤਿਹਾਸਕ ਸਮਾਧ। ਇਸ ਮੰਦਿਰ ਦੇ ਨਾਲ ਹੀ ਕਰਨ ਨਦੀ ਦੇ ਕਿਨਾਰੇ शिव मंदिर भी विराजमान है। जिथे शिव जी दी अते माता पार्वती दी जिहड़ी आ मूर्ति विराजमान है। कलानौर इतिहासक कस्बे दे स्थित इतिहासक गुरुद्वारा बाबा बंदा सिंह बहादुर बाबा बंदा सिंह बहादुर जी का गुरुद्वारा साहब का मुख मेन गेट गुरुद्वारा बाबा बंदा सिंह बहादुर विखे श्रोमणी गुरुद्वारा प्रबंधक कमेटी ਵੱਲੋਂ गुरुद्वारा साहब के इतिहास की जानकारी इतिहासक कस्बा कलानौर विच ये इतिहासक प्राचीन मंदिर वो है जिसनूं काली माता मंदिर के नाम नाल जानिया जाता है। दस्सिया जाता है कि इस मंदिर का इतिहास भी काफ़ी पुराना है अते इस जगह विच इस मंदिर की साਂਭ संभाल जोगी परिवार वालों जिहड़ी आ कीती जा रही है। पुराने समय से ये बात चलती आ रही है कि और लोग यही कहते हैं जिसने देखा नहीं लाहौर वो देखे कलानौर। कलानौर ऐसी ये ऐतिहासिक कस्बा है जहाँ अकबर ताजपोशी ताकत बाबा बंदा सिंह बहादुर गुरुद्वारा साहब प्राचीन से मंदिर और बाबा लाल जी दयाल तपोभूमि
मंदिर विराजमान है। इस कस्बे को देखने के लिए नेशनल हाईवे अथॉरिटी ऑफ इंडिया की ओर से बनाए गए 354 हाईवे की तरफ से जो गुरदासपुर से डेरा बाबा नानक में आ जाता है, रास्ते में कलानौर के करीब पूर्व दिशा में 1 किलोमीटर दूरी में विराजमान है अकबर की ताजपोशी स्थल। ताजपोशी स्थल के जाते समय रास्ते में आता है जमीला बेगम का मकबरा, जो पिछले लंबे समय से टैर टेरी हो चुका है। कुछ कदम आगे चलते ही दाएं में आता है शीतला मंदिर, प्राचीन शीतला मंदिर है जी। कुछ कदमों के आगे बाएं को जाता है रास्ता ताजपोशी अकबर तख्त, जो किसानों के खेतों के पास जाता है। और इस रास्ते में लोगों के रास्ते के किनारे भी कम दिखाई दे रहे हैं। आने जाने वाले श्रद्धालुओं को बड़ी मुश्किल का सामना करना पड़ता है। अकबर की ताजपोशी स्थल को जाने वाले रास्ते के किनारे भी कम दिखाएं, जिसके कारण जो देश विदेश से श्रद्धालु आते हैं उनके वाहन जहां से गुजरना अति मुश्किल हो जाते हैं। कलानौर की पूर्व दिशा में विराजमान जलालुद्दीन मोहम्मद अकबर की ताजपोशी स्थल, जिसकी चारदीवारी केवल लोहे की बनाई गई हुई है। जलालुद्दीन मोहम्मद अकबर की ताजपोशी स्थल में लगाए गए इतिहास की जानकारी जो ग्राम पंचायत कलानौर की ओर से पिछले समय से लगाई गई थी। ये है जलालुद्दीन मोहम्मद अकबर की ताजपोशी तख्त, जहां अकबर की 13 साल 3 महीने में हमायूं की मौत होने के बाद उसके पिता की जरनैल बैरम खान ने जहां ताजपोशी की थी। और इस ताजपोशी तख्त का जो सुरमी रंग है अभी काला पड़ता गया है कि पिछले लंबे समय से इसकी सार ना लेने के कारण इस अकबर के तख्त की हालत बदतर बनी हुई है। और कुछ शरारती अनसरों ने ये जो स्थल के पास हाउस बना हुआ है वहाँ कुछ ना कुछ चिन्ह लिखे हुए हैं। और हम पहुंचे हैं ताजपोशी तख्त, अकबर दी ताजपोशी तख्त कलानौर, जिसे अकबरी तख्त कलानौर भी बोलते हैं। इस अकबरी तख्त पे जलालुद्दीन मोहम्मद मुगल सम्राट जो है, भारत का महान मुगल सम्राट जलालुद्दीन मोहम्मद की 13 साल 3 महीने की उम्र में इस जगह पे ताजपोशी हुई थी। और 14 फरवरी 1556 को इसकी ताजपोशी की गई थी बैरम खां की ओर से, जब उसके अकबर के पिता हमायूं की मौत दिल्ली में हो गई थी। तो उस समय इस क्षेत्र में जो जलालुद्दीन मोहम्मद अकबर बचपन में इधर रह रहा था और अपने साथियों के साथ, तब इसकी जहां ही ताजपोशी कर दी गई थी। अब सोच के इस ताजपोशी तख्त की हालत की जो हालत है अभी बदतर बनी हुई है। किसी भी सरकार की ओर से इसकी कोई सार नहीं ली जा रही। और कभी कभी जो भी मंत्री बनते हैं, जो भी नेता आते हैं, वो लोगों को विश्वास दिलाकर चले जाते हैं, मगर अभी तक इस अकबर की ताजपोशी साथ की जरी सार नहीं ली गई। ਅੱਜ ਅਸੀਂ ਇੱਥੇ ਕਲਾਨੌਰ ਮੁਗਲ ਸਮਰਾਟ ਅਕਬਰ ਦੇ ਤਾਜਪੋਸ਼ੀ ਸਥਾਨ ਦੇ ਉੱਤੇ ਖੜੇ ਹਾਂ। ਕਲਾਨੌਰ ਜਿਹੜਾ ਕਿ ਮੱਧਕਾਲੀਨ ਤੋਂ ਹੀ ਸਮੇਂ ਤੋਂ ਹੀ ਤੇ ਬੜਾ ਇਤਿਹਾਸਕ ਸਥਾਨ ਰਿਹਾ ਆ
ਉਹਦੇ ਵਿੱਚ ਹੀ ਇੱਥੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਜਿਹੜੀ ਹੋਈ ਹੈ। ਤੇ ਇਹ ਸਥਾਨ ਭਾਰਤ ਦੇ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ, ਉਕਰਿਆ ਗਿਆ ਹੈ। ਇਹ ਸਥਾਨ ਜਿਸ ਤਰੀਕੇ ਦੇ ਨਾਲ ਪ੍ਰਾਂਤਨ ਜਿਹੜੀਆਂ ਇਮਾਰਤਾਂ ਤੇ ਜਿਹੜੀਆਂ ਜਗ੍ਹਾ ਨੇ ਉਹਨਾਂ ਦੀ ਸਾਂਭ ਸੰਭਾਲ ਦਾ ਕੀਤੀ ਜਾਂਦੀ ਆ, ਉਹਦੇ ਤੋਂ ਬੜਾ ਵਾਂਝਾ ਰਿਹਾ। ਕਾਫੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਆ ਤੇ ਸੁੰਦਰੀਕਰਨ ਕਰਨ ਦੇ ਲਈ, ਪਰ ਉਹਦੇ ਵਿੱਚ ਕੋਈ ਜ਼ਿਆਦਾ ਕਾਮਯਾਬੀ ਸਰਕਾਰ ਨੂੰ ਨਹੀਂ ਮਿਲੀ ਤੇ ਇਹਦਾ ਸੁੰਦਰੀਕਰਨ ਦੀਆਂ ਜਿਹੜੀਆਂ ਸਕੀਮਾਂ ਨੇ ਜੇ ਬਿਲਕੁਲ ਅਧੂਰੀਆਂ ਪਈਆਂ ਨੇ। ਹੁਣ ਦੀ ਕਾਂਗਰਸ ਸਰਕਾਰ ਵੱਲੋਂ ਵੀ ਇੱਥੋਂ ਦੇ ਜਿਹੜੇ ਹੁਣ ਦੇ ਮੰਤਰੀ ਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਬੜੀ ਸਰਗਰਮੀ ਦੇ ਨਾਲ ਇਹਦੇ ਸੁੰਦਰੀਕਰਨ ਵੱਲ ਧਿਆਨ ਦਿੱਤਾ, ਪਰ ਅਜੇ ਵੀ ਉਹ ਕੰਮ ਜਿਹੜਾ ਬੜਾ ਅਧੂਰਾ ਆ, ਕਿਉਂਕਿ ਇਹ ਜਿਹੜਾ ਸਥਾਨ ਇੰਨਾ ਇਤਿਹਾਸਕ ਆ ਕਿ ਇੱਥੇ ਪੂਰੇ ਦੇਸ਼ ਦੇ ਵਿੱਚੋਂ ਵੀ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਜਿਹੜੇ ਆ ਇਹ ਸਥਾਨ ਨੂੰ ਦੇਖਣ ਲਈ ਆਉਂਦੇ ਆ। ਈਵਨ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਸਟੂਡੈਂਟ ਵੀ ਜਿਹੜੇ ਆ ਉਹ ਇਤਿਹਾਸਕ ਜਾਣਕਾਰੀ ਪ੍ਰਾਪਤ ਕਰਨ ਲਈ ਇੱਥੇ ਆਉਂਦੇ ਆ ਤੇ ਇੱਥੋਂ ਦੇ ਲੋਕਾਂ ਦੀ ਵੀ ਇਹ ਮੰਗ ਆ, ਇਤਿਹਾਸਕ ਤੌਰ ਤੇ ਵੀ ਇਹ ਗੱਲ ਹੈ ਕਿ ਇਹ ਸਥਾਨ ਨੂੰ ਜਿਹੜਾ ਹੈ ਚੰਗਾ ਵਧੀਆ ਤਰੀਕੇ ਦੇ ਨਾਲ ਹੀ ਸਾਂਭ ਸੰਭਾਲ ਕੀਤੀ ਜਾਵੇ, ਤਾਂ ਕਿ ਜਿਹੜੀਆਂ ਪ੍ਰਾਂਤਨ ਜਿਹੜੀਆਂ ਇਮਾਰਤਾਂ ਨੇ ਜਾਂ ਇਹੋ ਜਿਹੇ ਜਿਹੜੇ ਸਥਾਨ ਆ ਉਹਨਾਂ ਦੀ ਜਿਹੜੀ ਸਾਡੇ ਇਤਿਹਾਸ ਦੀ ਗਵਾਹੀ ਭਰਦੀਆਂ ਨੇ ਉਹਨਾਂ ਨੂੰ ਜਿਹੜਾ ਉਹ ਬਰਕਰਾਰ ਰੱਖਿਆ ਜਾਵੇ ਤੇ ਇਹਦੇ ਜਿਹੜੀ ਸੁੰਦਰੀਕਰਨ ਦੀ ਜਿਹੜੀ ਸਕੀਮ ਜਿਹੜੀ ਚੱਲ ਰਹੀ ਆ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਸਿਰੇ ਚਾੜਿਆ ਜਾਵੇ। ਅਕਬਰ ਬਾਦਸ਼ਾਹ ਦਾ ਤਾਜਪੋਸ਼ੀ ਮਹੱਲਾ ਕਲਾਨੌਰ, ਡਿਸਟ੍ਰਿਕਟ ਗੁਰਦਾਸਪੁਰ, ਪੰਜਾਬ ਦੇ ਵਿੱਚ, ਜਿਹੜਾ ਕਿ ਬਹੁਤ ਪੁਰਾਣਾ ਇੱਕ ਇਤਿਹਾਸ ਹੈ ਅਕਬਰ ਬਾਦਸ਼ਾਹ ਦਾ, ਔਰ ਸਰਕਾਰਾਂ ਨੇ ਇਹਦਾ ਕੋਈ ਵੀ ਨਹੀਂ ਸਾਰ ਨਹੀਂ ਲਈ, ਕੋਈ ਇੱਥੇ ਪੈਸਾ ਤੇ ਨਹੀਂ ਲਾਇਆ। ਸਿੱਧੂ ਸਾਹਿਬ ਨੇ 18 ਕਰੋੜ ਰੁਪਈਆ ਇੱਥੇ ਮਨਜ਼ੂਰ ਕੀਤਾ ਸੀ, ਜਿੱਥੋਂ ਇੱਕ ਪੈਸਾ ਨਹੀਂ ਲਾਇਆ ਸਰਕਾਰ ਨੇ। ਇਸ ਕਰਕੇ ਇੱਥੇ ਬਾਹਰਲੇ ਮੁਲਕਾਂ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਜਨਤਾ ਆਉਂਦੀ ਆ। ਇਹਦਾ ਸੁਧਾਰ ਕੀਤਾ ਜਾਏ ਔਰ ਇਹਦੀ ਬਹੁਤ ਲਾਗੇ ਡਿਵੈਲਪ ਹੋਏਗੀ ਔਰ ਲੋਕਾਂ ਨੂੰ ਰਹਿਣਾ ਖਲੋਣਾ ਔਰ ਚੰਗਾ ਵਾਤਾਵਰਨ ਮਿਲੇਗਾ ਔਰ ਬਾਹਰਲੇ ਦੇਸ਼ਾਂ ਤੋਂ ਬਹੁਤ ਜਨਤਾ ਆਉਂਦੀ ਆ, ਬਹੁਤ ਦੇਖਣ ਵਾਸਤੇ ਆਉਂਦੇ ਆ। ਅਕਬਰ ਬਾਦਸ਼ਾਹ ਤਾਜਪੋਸ਼ੀ ਮਹੱਲਾ ਇੱਥੇ ਕਲਾਨੌਰ ਦੇ ਵਿੱਚ। ਇਤਿਹਾਸਕ ਕਸਬਾ ਕਲਾਨੌਰ ਵਿਖੇ ਪ੍ਰਾਚੀਨ ਪੁਰਾਤਨ ਸਮੇਂ ਦੀ ਜਿਹੜੀ ਆ ਸ਼ਾਹੀ ਇਮਾਮ ਮਸੀਤ, ਜਿੱਥੇ ਇਸ ਵੇਲੇ ਵੀ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਜਾਂਦੀ ਹੈ। ਇਤਿਹਾਸਕ ਕਸਬਾ ਕਲਾਨੌਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਬਾਅਦ ਜਦੋਂ ਅਸੀਂ ਕਲਾਨੌਰ ਦੇ ਬੁੱਢਣ ਸ਼ਾਹ ਦੀ ਦਰਗਾਹ ਤੇ ਪਹੁੰਚੇ ਤਾਂ ਉੱਥੇ ਵੀ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ। ਬਾਬਾ ਬੁੱਢਣ ਸ਼ਾਹ ਦੀ ਪੁਰਾਣੀ ਇਮਾਰਤ ਦੀਆਂ ਤਸਵੀਰਾਂ। ਇਸ ਬੁੱਢਣ ਸ਼ਾਹ ਨੂੰ ਅਕਬਰ ਦੇ ਰਾਜ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਨਿਰਮਾਣ ਹੋਇਆ, ਜਿਹੜੀਆਂ ਨਿੱਕੀਆਂ ਇੱਟਾਂ ਨਾਨਕਸਾਈ ਇੱਟਾਂ ਦੇ ਨਾਲ ਨਿਰਮਾਣ ਹੋਇਆ ਸੀ। ਇਹ ਬੁੱਢਣ ਸ਼ਾਹ ਦਾ ਦੂਸਰਾ ਦੀਵਾਰ ਦਾ ਗੇਟ ਹੈ। ਇਸ ਬੁੱਢਣ ਸ਼ਾਹ ਦੀ ਦਰਗਾਹ ਤੇ ਹਰ ਵੀਰਵਾਰ ਚਿਰਾਗ ਵੀ ਜਗਾਏ ਜਾਂਦੇ ਨੇ। ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਬਾ ਬੁੱਢਣ ਸ਼ਾਹ ਦੀ ਦਰਗਾਹ। ਇਹ ਕਿਹੜੀ ਤੇ ਇਹ ਕਿਹਦੀ ਆ ਜਿਹੜੀਆਂ ਪਤਾ ਤੁਹਾਨੂੰ? ਇਹ ਦਰਬਾਰ ਅਸੀਂ ਇਹੀ ਹੈ ਕਿ ਇਹ ਉਹਨਾਂ ਦੇ ਉਸ ਸਮੇਂ ਦੇ ਸੇਵਕ ਹੋਏ ਨੇ ਜਿਹੜੇ ਇਹ ਵੀ ਮਾਲਕ ਤੋਂ ਪਹੁੰਚੇ ਹੋਏ ਤੇ ਨਾ ਇਹ ਬਾਅਦ 'ਚ ਤੁਸੀਂ ਮੈਂ ਦੱਸ ਦਿਓ। ਕੋਈ ਇਸ ਮੌਕੇ ਤੇ ਅਸੀਂ ਬਾਬਾ ਬੁੱਢਣ ਸ਼ਾਹ ਮਜ਼ਾਰ ਦੀ ਦਰਗਾਹ ਤੇ ਜਿਹੜੀ ਸੇਵਾ ਕਰ ਰਹੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਬਾ ਬੁੱਢਣ ਸ਼ਾਹ ਦੀ ਮਜ਼ਾਰ ਦੀ
ਬਚਪਨ ਤੋਂ ਸੇਵਾ ਕਰ ਰਹੇ ਸੇਵਾਦਾਰ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਨਮਸਕਾਰ, ਮੈਂ ਭੁਪਿੰਦਰ ਸਿੰਘ ਇੱਥੇ ਦਰਬਾਰ ਦਾ ਮੁੱਖ ਸੇਵਾਦਾਰ ਹਾਂ। ਬਚਪਨ ਤੋਂ ਮੈਂ ਸੇਵਾ ਕਰ ਰਿਹਾ ਹਾਂ। ਸੰਗਤਾਂ ਸ਼ਹਿਰ ਦੀਆਂ ਆਉਂਦੀਆਂ ਨੇ ਦਰਸ਼ਨ ਮੇਲਾ ਕਰਨ ਆਪਣੀ ਆਸਥਾ ਮੁਤਾਬਕ ਸ਼ਰਧਾ ਦੇ ਨਾਲ। ਪਿੰਡਾਂ ਦੇ ਵੀ ਲੋਕ ਆਉਂਦੇ ਹਨ ਤੇ ਬਹੁਤ ਯਾਰੀ ਜਗ੍ਹਾ ਹੈ। ਪੀਰ ਬਾਬਾ ਬੁੱਢਨ ਸ਼ਾਹ ਜੀ ਸੰਗਤਾਂ ਦੇ ਕਾਰਜ ਰਾਸ ਆਪ ਕਰਦੇ ਨੇ। ਇੱਥੇ ਜੋ ਵੀ ਕੋਈ ਸੁਖਣਾ ਸੁੱਖਦਾ ਹੈ ਉਹਦੀ ਸ਼ਰਧਾ ਪੂਰੀ ਹੁੰਦੀ ਹੈ ਤੇ ਜੋ ਵੀ ਸੰਗਤਾਂ ਨੇ ਸੁੱਖਿਆ ਹੁੰਦਾ ਆਪਣੇ ਦਿਲ ਦੇ ਵਿੱਚ ਉਹ ਸੁਖਣਾ ਪੂਰੀ ਹੋਣ ਤੋਂ ਬਾਅਦ ਆਪਣੀ ਸੁਖਣਾ ਲਾ ਕੇ ਜਾਂਦੇ ਹਨ। ਦਰਬਾਰ ਬਹੁਤ ਹੀ ਪਵਿੱਤਰ ਦਰਬਾਰ ਹੈ। 11 ਪੀਰ ਹੈ, ਪੀਰ ਬਾਬਾ ਬੁੱਢਨ ਸ਼ਾਹ ਜੀ ਤੇ ਇਤਿਹਾਸਿਕ ਜਗ੍ਹਾ ਹੈ। ਬਹੁਤ ਮਤਲਬ ਸੰਗਤਾਂ ਆਉਂਦੀਆਂ ਨੇ ਆਪਣੀ ਸ਼ਰਧਾ ਦੇ ਨਾਲ ਤੇ ਇਹ ਬਾਬਾ ਜੀ ਆਪ ਹੀ ਕਿਰਪਾ ਕਰਦੇ ਹਨ ਕਿ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਨੇ। ਔਰ ਤੇ ਇਸ ਦਰਬਾਰ 'ਤੇ ਸਾਲ ਦੇ ਵਿੱਚ ਇੱਕ ਵਾਰ ਬਾਬਾ ਜੀ ਦਾ ਭੰਡਾਰਾ ਵੀ ਕੀਤਾ ਜਾਂਦਾ ਹੈ 15 ਹਾੜ ਦੇ ਦਿਨ ਨੂੰ। ਤੇ ਸੰਗਤਾਂ ਚਲੋ ਆਪਣੀ ਸ਼ਰਧਾ ਮੁਤਾਬਕ ਰਸਤਾਂ ਬਸਤਾਂ ਭੇਜ ਕੇ ਤੇ ਸੰਗਤਾਂ ਵਾਸਤੇ ਲੰਗਰ ਤਿਆਰ ਕਰਕੇ 15 ਹਾੜ ਵਾਲੇ ਦਿਨ ਇਹ ਜੱਗ ਕੀਤਾ ਜਾਂਦਾ ਹੈ ਤੇ ਇਹ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਹੁੰਦਾ ਹੈ। ਤੇ ਹਾਂਜੀ, ਬੇਨਤੀ ਹੈ ਕਿ ਦਰਬਾਰ ਦੀ ਉਸਾਰੀ ਕਰਨੀ ਹੈ ਨਵੀਂ ਤੇ ਇਮਾਰਤ ਬਹੁਤ ਪੁਰਾਣੀ ਹੋ ਚੁੱਕੀ ਹੈ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਆਪਣੀ ਸ਼ਰਧਾ ਮੁਤਾਬਕ ਦਰਬਾਰ ਵਾਸਤੇ ਅਗਾਈਆਂ ਭੇਜੋ, ਇਹ ਸੁੰਦਰ ਦਰਬਾਰ ਬਣ ਸਕੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਜੈ ਪੀਰਾਂ ਦੀ ਜੈ। ਇਤਿਹਾਸਿਕ ਕਸਬਾ ਕਲਾਨੌਰ ਜਿਸ ਨੂੰ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਨਾਲ ਜਾਣਿਆ ਜਾਂਦਾ ਹੈ। ਇਸ ਇਤਿਹਾਸਿਕ ਕਸਬੇ ਵਿੱਚ ਦਰਬਾਰ ਧੰਨ ਧੰਨ ਬਾਬਾ ਸ਼ਾਹ ਵਲੀ ਜੀ ਦਾ ਵੀ ਬਿਰਾਜਮਾਨ ਹੈ। ਇਸ ਦਰਬਾਰ ਤੇ ਸ਼ਾਹ ਵਲੀ ਜੀ ਦੇ ਭਗਤਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ। ਇਹ ਹੈ ਬਾਬਾ ਸ਼ਾਹ ਵਲੀ ਜੀ ਦੀ ਦਰਗਾਹ। ਅਤੇ ਇਸ ਇਤਿਹਾਸਕ ਸਥਾਨ ਤੇ ਚਿਰਾਗ ਜਲਾਏ ਜਾਂਦੇ ਹਨ। ਜਗਦੇ ਹੋਏ ਚਿਰਾਗਾਂ ਦੀ ਤਸਵੀਰ ਇਸ ਇਤਿਹਾਸਕ ਜਗ੍ਹਾ ਤੇ ਵੀਰਵਾਰ ਤੋਂ ਸਾਰਾ ਦਿਨ ਸੰਗਤਾਂ ਜਿਹੜੀਆਂ ਇੱਥੇ ਚਿਰਾਗ ਜਗਾਉਂਦੀਆਂ ਨੇ, ਪੂਜਾ ਕਰਦੀਆਂ ਨੇ।